समझता हूँ कि हमारे लिए बाइस सदर फख्र मुबाहत है इस बज़्म में शामिल होना। मैं खान साहब से मुल्तजी हूँ कि वो आज की शख्सियत के हवाले से अपने ख्यालात का इज़हार करें। बहुत शुक्रिया सिंह गुलज़ेब खाकवानी साहब और तमाम अहबाब। मैं सराकी उर्दू दुई रले मिली सही बिल्कुल रखे सा बिल्कुल। मैं तो मेरे को बड़ी खुशी थी है कि मैं तकरीबन 3 घंटे तमाम दोस्तों को सुने और मेरे को इवें लगे कि जिवें मैं अपनी मिट्टी अपनी खुशबू और अपने हवावां च अहमदपुर विच मैं मौजूद हाँ पिया और मेरे को वो जिवें मेरा बचपन गुजरिया और उठा अगर वड्डे थीवण तक मैं रहा अगो के सन 70 के बाद मैं उठा नहीं रहा बहुत सारे दौर मुसलसल। लेकिन अहमदपुरी इचों अहमदपुर को कोई नहीं काट सकता। ये गल मैं गाल दा कायल हां पे। अच्छा हुण गाल करने हैं नकवी साहब बारे। नकवी साहब नाल जिहड़ी मेरी पहली आशनाई या पहला तारुफ समझ गिनो वो ये हा कि उन्हां दे लिखे हुए मरसिए बहुत बचपन कनू साडे साडा महल्ला बाखरी इच ताजिया निकलदा हा मुनव्वर शाह साहब दा। मुनव्वर शाह साहब दे ताजिए ते ਜਿਹੜੇ ਉਥਾਂ ਗਿਰ ਮਰਸੀਏ ਪੜੇ ਹੁੰਦੇ ਹਨ ਉਹ ਪੜਦੇ ਹਨ। ਮੇਰੀ ਆਵਾਜ਼ ਆਂਦੀ ਪਈ ਹੈ ਸਹੀ? ਜੀ ਬਿਲਕੁਲ ਸੁਣਦੇ ਪਏ ਅਸੀਂ। ਅੱਛਾ ਮਰਸੀਏ ਪੜੇ ਹੁੰਦੇ ਹਨ ਆਂਦੀ ਪਈ ਹੈ ਜੀ। ਜੀ ਉਥਾਂ ਗਿਰ ਜਮੀਲ ਪਰਵਾਨਾ ਨਸੀਰ ਮਸਤਾਨਾ ਇਹਨੂੰ ਬਿਆਹ ਹੁੰਦੇ ਹਨ ਔਰ ਇਹਨਾਂ ਦੀ ਜਿਹੜੀ ਅੱਗੋਂ ਇਹੋ ਕਰਦੇ ਹਨ ਜਿਹੜੇ ਇਹਨਾਂ ਦੇ ਲੀਡ ਮਰਸੀਆ ਖਾਂ ਹੁੰਦੇ ਹਨ ਪੇ ਉਹ ਮੇਰੇ ਜਿਹੜੇ ਹਨ ਪੇ ਨਾਨਾ ਮੋਤਮਮ ਗੁਲਾਮ ਮੁਹੰਮਦ ਖਾਨ ਸਾਹਿਬ ਤੇ ਮੋਤਮਮ ਜਾਗੀਰਾਤ ਨਵਾਬ ਸਾਹਿਬ ਦੇ ਉਹਨਾਂ ਦਾ ਬੇਟੇ ਹਨ ਹਾਫਿਜ਼ ਅਬਦੁਰ ਰਹਿਮਾਨ ਸਾਹਿਬ ਮਰਹੂਮ ਉਹ ਇਹਨਾਂ ਦੇ ਲੀਡ ਹੁੰਦੇ ਹਨ ਪੇ। ਔਰ ਉੱਥਾਂ ਕਿ ਮੈਂ ਪਹਿਲੀ ਦਫਾ ਨਕਵੀ ਅਹਿਮਦਪੁਰੀ ਦਾ ਨਾਂ ਸੁਣਿਆ ਉਹਨਾਂ ਮਰਸੀਆਂ। ਮੇਰੀ ਉਮਰ ਕੋਈ 5-6-7 ਸਾਲ ਹੋ ਸੀ। ਹੁਣ ਵੇਲੇ ਬਾਅਦ ਮੇਰੇ ਕੋ ਚੁੱਕੇ ਅਸਾਂ ਉਮਰ ਥੋੜੇ ਜਿਹੇ ਵੱਡੇ ਥਿਓ ਸੇ ਤਾਂ ਸਾਰਾ ਅਸਾਂ ਫਿਰਦੇ ਆ ਸੇ ਆਸ਼ੂਰਾ ਮੁਹਰਮ ਦੇ ਦੀਵਾਰ ਮੜੀ ਵਾਲੇ ਪਾਸੇ ਔਰ ਖਨਕਾਹ ਸ਼ਰੀਫ ਵਾਲੇ ਪਾਸੇ ਔਰ ਹਰ ਜਗ੍ਹਾ ਵਜਣਾ ਤਾਂ ਤਰੇ ਨਾ ਹੁੰਦੇ ਹਨ। ਇੱਕ ਨਾ ਹੁੰਦਾ ਖਾਜਾ ਅਖਗਰ ਸਾਹਿਬ ਦਾ, ਇੱਕ ਹਸਰਤ ਸਾਹਿਬ ਹੁੰਦੇ ਹਨ ਜਿਹੜੇ ਚੁੰਗੀ ਮੋਹਰੇ ਹੁੰਦੇ ਹਨ ਸਾਡੇ ਕੱਲੂ ਵਾਲੀ ਚੁੰਗੀ ਤੇ, ਔਰ ਇੱਕ ਨਕਵੀ ਅਹਿਮਦਪੁਰੀ। ਮੇਰੇ ਕੋ ਇਹਨਾਂ ਕੋ ਦੇਖਣ ਦਾ ਬੜਾ ਸ਼ੌਕ ਆ ਕਿ ਨਕਵੀ ਅਹਿਮਦਪੁਰੀ ਕੌਣ ਹੈ। ਨਕਵੀ ਅਹਿਮਦਪੁਰੀ ਨਾਲ ਜਿਹੜਾ ਮੇਰਾ ਦੂਜਾ ਤਾਰੁਫ ਹੈ ਉਹ ਥਿਆ ਤਨਵੀਰ ਸਾਹਿਬ ਦੇ ਜ਼ਰੀਏ। ਤਨਵੀਰ ਗੋ ਕੇ ਮੇਰੇ ਕੋ ਨੂੰ 2-4 ਸਾਲ ਵੱਡਾ ਹੈ ਲੇਕਿਨ ਅਸਾਂ ਕਲਾਸ ਫੈਲੋ ਹੈ। FSC ਚ ਜਿਹੜੇ ਅਸਾਂ ਦਾਖਲ ਥੇ ਸੇ ਮੈਟ੍ਰਿਕ ਕਰਕੇ ਸਨ 70 ਚ ਬਹਾਵਲਪੁਰ ਤਾਂ ਤਨਵੀਰ ਤੇ ਮੈਂ ਅਸਾਂ ਇਕੱਠੇ ਰਹਿੰਦੇ ਆ ਸੇ ਪਣੀਕੇ ਘਰ ਚ। ਤਨਵੀਰ ਸਾਹਿਬ ਉਹ ਵੇਲੇ ਇਸਲਾਹ ਗਿੰਦੇ ਹਨ ਰਾਈਸ ਅਮਰੋਹੀ ਕੋਲ। ਇਹਨਾਂ ਦਾ ਖਤ ਵੰਨੇ ਹਾ ਜਵਾਬੀ ਖਤ ਆਂਦਾ ਵਾਪਸ ਆਂਦਾ ਜਿਹੜੇ ਲਈ ਅਸਾਂ ਉੱਥੋਂ ਕਰ FSC ਕਰ ਗਈ ਥੀ ਔਰ ਤਨਵੀਰ ਸਾਹਿਬ ਬੈਂਕ ਕੇ ਚਲੇ ਗਏ। ਮੈਂ ਚਲਾ ਗਿਆ BSc HSC ਕਾਲਜ ਵਿੱਚ ਤਾਂ ਤਨਵੀਰ ਸਾਹਿਬ ਨੇ ਬਾਕਾਇਦਾ ਤੌਰ ਤੇ ਜੋ ਉਹਦੇ ਜਾਨੂ ਤਲਮੁਜ਼ ਤੈਅ ਕੀਤਾ ਤੇ ਉਹ ਉਹਨਾਂ ਨੇ ਨਕਵੀ ਸਾਹਿਬ ਕੋਲ ਕੀਤਾ। ਵਾਹ। ਅੱਛਾ ਤਨਵੀਰ ਸਾਹਿਬ ਮੇਰੇ ਕੋ ਮਿਲੇ ਨਾ ਤੇ ਇਹ ਗਾਲੀ ਨਕਵੀ ਸਾਹਿਬ ਦੀ ਥੀਂਦੀ ਆਈ ਬਜ਼ਮੇ ਨਕਵੀ ਹੁੰਦੀ ਆਈ। ਲੇਕਿਨ ਉਹਦੇ ਕੋਲ ਪਹਿਲੇ ਸਨ 71 ਵਿੱਚ ਮੈਂ ਅਹਿਮਦਪੁਰ ਸ਼ਰਕੀਆ ਚ ਇੱਕ ਬੜਾਈ ਤਨਜ਼ੀਮ ਅਦਬੀ ਤਨਜ਼ੀਮ ਉਹਦਾ ਨਾਂ ਬਜ਼ਮੇ ਅਹਿਬਾਬ ਸੁਖਨ। ਮੈਂ ਉਹਦਾ ਸੈਕਟਰੀ ਹਮ ਹਯਾਤ ਕੁਰੈਸ਼ੀ ਸਾਹਿਬ ਡੇਰਾ ਨਵਾਬ ਹੁੰਦੇ ਹਨ ਉਹ ਫਿਕਸ਼ਨ ਰਾਈਟਰ ਹਨ ਪੇ ਸਦਰ ਹਨ ਪੇ। ਅਸਾਂ ਜਿਹੜਾ ਉਹਦਾ ਪਹਿਲਾ ਇਜਲਾਸ ਕੀਤਾ ਉਹਦੇ ਸਾਬਰ ਬੁਖਾਰੀ ਸਾਹਿਬ ਹੁੰਦੇ ਹਨ ਪੇ ਸ਼ਾਇਰ। ਉਹਨਾਂ ਨੇ ਸਾਡੇ ਕੋਲੋਂ ਤਸ਼ਰੀਫ ਗਿਣਾ ਹੈ ਔਰ ਉਹਨਾਂ ਨੇ ਤਜ਼ਮੀਨ ਪੜੀ ਗਾਲਿਬ ਦੀ ਗਜ਼ਲ ਤੇ ਇੱਕ ਉਹਨਾਂ ਨੇ ਕੀਤੀ ਹੈ। ਉਹ ਜ਼ਰੀਏ ਨਾਲ ਵੱਲ ਸਾਬਰ ਬੁਖਾਰੀ ਸਾਹਿਬ ਨਾਲ ਔਰ ਨਕਵੀ ਸਾਹਿਬ ਨਾਲ ਜਿਹੜਾ ਮੇਰਾ ਇੱਕ ਬਿਲ ਮੁਸ਼ਾਫਾ ਤਾਰਫ ਥਿਆ ਜਿਹੜੇ ਵੇਲੇ ਸਨ 75 ਵਿੱਚ ਰੇਡੀਓ ਭਾਵਲਪੁਰ ਬਣਿਆ ਔਰ ਮੈਂ ਰੇਡੀਓ ਨਾਲ ਵਾਬਸਤਾ ਹਮ ਮੈਂ ਉਹਲੇ BSc ਕਰਨਾ ਪਿਆ। ਅਨੌਂਸਰ ਵੀ ਹਮ ਕੰਪੇਅਰ ਵੀ ਹਮ ਡਰਾਮਾ ਲਿਖਤੇ ਆਸੇ ਤੇ ਉਹਨਾਂ ਨੇ ਮੇਰੇ ਕੋ ਜਿਹੜਾ ਸਟੇਸ਼ਨ ਡਾਇਰੈਕਟਰ ਹਨ ਸਜਾਦ ਤਿਰਮਜ਼ੀ ਉਹਨਾਂ ਨੇ ਮੇਰੇ ਕੋ ਅਹਿਮਦਪੁਰ ਸ਼ਰਕੀਆ ਵਾਸਤੇ ਸਟੰਗਰ ਵੀ ਬਣਾ ਦਿੱਤਾ ਕਿ ਮੈਂ ਉੱਥੋਂ ਜਿਹੜੇ ਉਹਨਾਂ ਦੇ ਆਡੀਓ ਰਿਕਾਰਡਿੰਗਸ ਵਗੈਰਾ ਗਿਣ ਕੇ ਉਹਨਾਂ ਨਾਲ ਸ਼ੇਅਰ ਕਰੇ ਸਾਂ। ਮੈਂ ਨਕਵੀ ਸਾਹਿਬ ਦੀ ਬਜ਼ਮੇ ਨਕਵੀ ਦਾ ਇੱਕ ਮੁਸ਼ਾਹਰਾ ਕਰਵਾਇਆ ਉਹ ਅਰੇਂਜ ਕਰਵਾਇਆ। नकवी साहब बैठे हैं तनवीर साहब के जरिए सारा कुछ करके वो मुशारा पूरा रिकॉर्ड किया। कैसे कैसे लोग रफीक अहमदपुरी अच्छा खाकी साहब
और कितने सारे अहबाब जिहड़े हुण है नहीं कोई ना दुनिया ते कोई नहीं, क्या बात, वो सारे जगमगाते बैठे हैं। वो एक मुशायरा रिकॉर्ड कीता। मेरे को नकवी साहब दा जिहड़ा चेहरे ते बोलपन आ ना वो बहुत पसंद आया। एक मफलर उन्हां ना वेड़ा होया गल विच पेंदे हुंदे हन, अखियां च वो सुरमा जरूर पेंदे हन। अच्छा वाला को वो कंघी को ना करदे हुंदे हन, हाय हाय उन्हां दा अपना स्टाइल ला के वाला को इवें करके ना तेल शेल ला के अंगली मार के सीधे दी वंदे। मेरी एक आदत रह गई है कि मैं जितनी मैं अपने शहर को और शहरदारा को जरूर प्रमोट किया। मैं सिविल जज हम सन 85 लोधरा और सिविल क्लब दा मैं सदर हम पिया। असा उठा के एक आल पाकिस्तान मुशायरा करवाया। उहदे च पाकिस्तान दे सभे नामी जेड़े नामवर शायर सारे मौजूद हैं पे, कतील शफाई, अहमद नदीम कासमी, उहदे च अच्छा जेड़े न्याजी साहब सारे मौजूद हैं पे। उहदे च सिर्फ 2 मैं ना अपने रखे शाह रहमतपुर दे, और वो हन पे नकवी साहब और तनवीर साहर साहब। ये आए, इन्हां को असां ठहराया केनाल रेस्ट हाउस लोधरा। अगली रात मुशायरा हा पिया। मैं तनवीर साहब नाल मजाक कीती, मैं कि नकवी साहब नाल मैं एक गाल करे सां कि वो जिहड़े मुशायरा पढ़न आसन ना वो मफलर पेसन ते कंघी भी करके असन सुरमा को ना पेस। नकवी साहब नाल जिहड़ी मेरी गाल थी, नकवी साहब ने मेरी गाल को बड़ा संजीदगी नाल सुनिया, बड़ा सीरियस कीता मेरी गाल को, और मेरे नाल उन्हें कमिट कीता कि मैं ना सुरमा पेसा ना मफलर वेड़े सां ते मैं कंघी भी करके आसा। असां उन्हां दे बाथरूम विच कंघी रखवा जोड़ी है। लेकिन जेड़े वेले मुशायरे च आए उन्हां मफलर वेड़िया होया, सुरमा भी पाता होया और कंघी भी कहना कीती हुई है। ये उन्हां दा हापिया कि कमाल उन्हां दा हापिया। नकवी अहमदपुरी साहब नाल जिहड़े मैं रेडियो भावलपुर ते हम मुलाकातां रह गईयां। एक थोड़ी जी जो कि गाल लंबी थींदी पई है, मैं जिहड़े वेले अकादमी अदबियात दे बोर्ड ऑफ गवर्नर दे शामिल किया, मैं आई वाज वन ऑफ द गवर्नर। ते मैंने था कि जिहड़ा ये पाकिस्तानी अदब के मेमार दा सिलसिला है पिया, एंड मैं कल माइक ओपन किया पे। अच्छा सी ओ जिहड़े वेले मैं बोर्ड ऑफ गवर्नर शामिल किया ते उनकी मीटिंग थी ते मैं पूछा कि पाकिस्तानी अदब के मेमार च सरायकी वसेब दे या सरायकी लिखारियां दे कितने किताबां शायद हैं। ये 93 को शुरू थिया प्रोग्राम पाकिस्तानी अदब के मेमार, और 2014 तक इनके सिर्फ 2 किताबां शायद थियां, एक ख्वाजा फरीद थे और एक जांबाज जतोई थे। एक कोई किताब थी, मैं उन्हां को 20 ना दिते, और उनदे च जिहड़ा पहला ना हा पिया वो खुरम बावलपुरी दा हा और दूजा ना नकवी अहमदपुरी साहब दा। वाह वाह। उहदे जफर लशारी दा, बाकी दोस्तें दा सब दा हा पिया कि जिन्हां दी किताब आमने चाहिदी है। मैं उठा कर जिले मैं नकवी साहब दा ना कीता, मेरे को पूरा बोर्ड ऑफ गवर्नर्स पूछे कि नकवी अहमदपुरी कौन है। असां दे नाम कोई नहीं जानदे। मैं उन्होंने को दस्या कि नकवी अहमदपुरी साहब कौन हन पे। उन्होंने तरक्की पसंद तहरीक जेल च रह गए, जिहड़ी गाल कीती है अपना फरद अब्बास साहब ने 54 आई या 56 आई इन्हां साल उन्होंने कैद कटी और उन्होंने कम किया। मसला क्या होंदे? मसला ये होंदे पिया कि असां अपने जिहड़े वडके हैं पे, जिहड़े सारे सीनियर लोग हैं, असां उन्हां को याद नहीं रखेंदे। अच्छा ना असां हुण दौरे मीडिया दा असां उन्हां दा अज तुसां ना गिनदे पे ना, अज पूरे जहान च नकवी नकवी थी वैसी। साडे ते जरूरी है कि असां एक कम बहु पहले थी वे हाँ। मेरे को उठा कर बोर्ड ऑफ गवर्नर्स की मीटिंग में बैठ के ना आखना पवे हाँ कि नकवी अहमदपुरी कौन है पे। अल्लाह अकबर। अच्छा जेड़े वेले वो किताब दा तय थी गया, उन्होंने पूछा सी किताब लिख सी कौन। मेरे ज़हन में लू ना हन पे तनवीर साहर दा और दूजा नाम मेरे हाथ साजिद दुरानी दा। मैं तनवीर साहर को फोन किया, मैं कि नकवी साहब ने किताब लिखनी है। तनवीर साहर ने हाथ खड़े कर दिते। इन्हें कि जी जेड़ी नसर सोनी साजिद दुरानी लिख सकते, वो नसर मैं नहीं लिख सकता। ही गल वल ये जड़ा कुरा हा एक किताब दा ए साजिद दुरानी साहब को गया और साजिद दुरानी साहब ने हक अदा किया। क्योंकि मैं ई किताब दी जड़ी है नजरसानी मैं की है, नजरसानी वाला काम आ मेरे कोला ते इन्हां ने उन्हां 20 जेड़े मैं ना दिते हैं, उन्हां जो सब तो पहली किताब साजिद दुरानी कादरी साहब ने दी है
ਔਰ ਉਹ 19 ਜਿਹੜੇ ਪ੍ਰੋਜੈਕਟ ਹਨ ਹਾਲੇ ਤੱਕ ਪੈਂਡਿੰਗ ਹਨ ਤੇ ਉਹਨਾਂ ਦੀ ਪਹਿਲੀ ਕਿਤਾਬ ਹੈ ਤੇ ਹੀ ਗੱਲ ਉਹ ਸਹੀ ਇਹ ਬਹੁਤ ਵੱਡਾ ਕੰਪਲੀਮੈਂਟ ਹੈ ਸਰ ਦੁਰਾਨੀ ਸਾਹਿਬ ਕੀਤੇ ਤੁਹਾਡਾ ਬਹੁਤ ਵੱਡਾ ਕੰਪਲੀਮੈਂਟ ਮੈਂ ਸੀ ਇਹ ਅਰਜ਼ ਕਰੇ ਸਾਂ ਕਿ ਸਾਕੂ ਇਹ ਤੁਸੀਂ ਜਿਵੇਂ ਅੱਜ ਗੱਲ ਟੋਰੀਏ ਵੇ ਨਾ ਤੁਸੀਂ ਅਹਿਮਦਪੁਰ ਨੂੰ ਬਣਾ ਕੇ ਸੈਂਟਰ ਆਫ ਕੰਸਨਟ੍ਰੇਸ਼ਨ ਜਿਹੜੇ ਸਾਡੇ ਕੁਝ ਲੋਕ ਦੋਸਤ ਅਹਿਬਾਬ ਦੁਨੀਆ ਤੋਂ ਰੁਖਸਤ ਥੀ ਚੁੱਕੇ ਵੱਡੇ ਨਾਮ ਮਸਲਨ ਫਿਕਸ਼ਨ ਜ਼ਫਰ ਲਸ਼ਾਰੀ ਆ ਪਿਆ ਮੁਮਤਾਜ਼ ਆਸਿਮ ਨੇ ਅਫਜ਼ਲ ਮਸੂਦ ਸਾਹਿਬ ਦਾ ਆਪਣਾ ਰੰਗ ਢੰਗ ਕੇ ਉਹ ਸ਼ਖਸੀਅਤ ਅਹਿਮਦਪੁਰ ਦੀ ਜਿੰਦੇ ਬਗੈਰ ਅਹਿਮਦਪੁਰ ਮੁਕੰਮਲ ਨਹੀਂ ਥੀਂਦਾ ਹਾਏ ਹਾਏ ਅੱਛਾ ਇਵੇਂ ਬੇ ਸਾਰੇ ਮਨਜ਼ੂਰ ਖਾਕੀ ਸਾਹਿਬਾਨ पे अच्छा बे सारे जेडे रफीक अहमदपुरी साहबान पे ਇਹ ਸਾਰੇ ਢੇਰ ਸਾਰੇ ਬੇ ਸਾਰੇ ਲੋਕ ਜਿਨ੍ਹਾਂ ਦੇ ਮੈਂ ਨਾ ਈਮੇਲ ਨਹੀਂ ਕਰ ਸਕਦਾ ਪਿਆ ਉਹਨਾਂ तमाम ਤੇ ਤੁਸੀਂ ਢੇਰ ਨਾ ਦਾ ਕਮ ਅਜ਼ ਕਮ ਮਹੀਨੇ ਚ ਕੋਈ ਇੱਕ ਦੀਵਾਰ ਰੱਖ ਗਿੰਦੋ ਦੋਸਤ ਅਹਿਬਾਬ ਨਾਲ ਕਿ ਅਸਾਂ ਨੂੰ ਕੋਈ ਯਾਦ ਕਰੂੰ ਅਗਰ ਅਸਾਂ ਯਾਦ ਨਾ ਕਰੇ ਸੂ ਸਾਕੂ ਕੋਈ ਯਾਦ ਕੋ ਨਾ ਕਰੇ ਸੀ ਬਿਲਕੁਲ ਸਹੀ ਯਾਦ ਪਏ ਵੇ ਅੱਛਾ ਬਿਲਕੁਲ ਸਹੀ ਦੂਜੀ ਗੱਲ ਸੀ ਮੈਂ ਤੁਹਾਡੇ 2-4 ਮਿੰਟ ਬੇਕ ਇਨਸਾਨ ਸੀ ਨਹੀਂ ਪਲੀਜ਼ ਸਰ ਅਸਾਂ ਸੁਣਦੇ ਪਏ ਤਾਂ ਹੁਣ ਕਿਆ ਉਹਦੇ ਇਹ ਹੈ ਪਿਆ ਕਿ ਮੈਨੂੰ ਇਹ ਗੱਲ ਦਾ ਬੜਾ ਅਫਸੋਸ ਹੈ ਪਿਆ ਕਿ ਸਾਡੇ ਸਰਾਇਕੀ ਵਸੇਬ ਵਿੱਚ 3 ਯੂਨੀਵਰਸਿਟੀਆਂ ਪਹਿਲੇ ਹਨ ਪਿਆ ਡੇਰਾ ਇਸਮਾਇਲ ਖਾਨ ਦੀ ਬਾਵਲਪੁਰ ਦੀ ਮੁਲਤਾਨ ਦੀ ਹੁਣ ਤਾਂ ਡੇਰਾ ਗਾਜ਼ੀ ਖਾਨ ਵੀ ਯੂਨੀਵਰਸਿਟੀ ਬਣ ਚੁੱਕੀ ਹੈ ਨਕਵੀ ਸਾਹਿਬ ਉਰਦੂ ਔਰ ਸਰਾਇਕੀ ਦੇ ਕਾਦਰੁਲ ਕਲਾਮ ਸ਼ਾਇਰ ਮਾਸ਼ਾਅੱਲਾ ਉਹਨਾਂ ਦਾ ਤੁਸੀਂ ਕੁਝ ਪੜ੍ਹ ਕੇ ਨੂੰ ਤੁਸੀਂ ਹੈਰਾਨ ਥੀ ਵੰਦੇ ਵੇ ਕਿ ਉਹ ਬੰਦੇ ਨੇ ਕੀ ਗੱਲ ਕੀਤੀ ਉਹਨਾਂ ਤੇ PhD ਕੋਈ ਨਹੀਂ ਥਈ ਹਾਲੇ ਤੱਕ ਮੇਰਾ ਮੁਤਾਲਬਾ ਹੋ ਸੀ ਕਿ ਜਿਹੜੇ ਸਾਰੇ ਸਹਿਬਾਨ ਅੱਜ ਉਹਨਾਂ ਇਦਾਰਿਆਂ ਦੇ ਸਰਬਰਾਹ ਬਣੇ ਬੈਠੇ ਨੇ ਕਿ ਜਿੱਥਾਂ ਕਿਰੇ ਕੰਮ ਕੀਤੇ ਵੇ ਨੇ ਉਹ ਇਹਨਾਂ ਲੋਕਾਂ ਦੇ ਤੁਫੈਲ ਨਕਵੀ ਸਾਹਿਬਾਨ ਦੇ ਲੋਕਾਂ ਦੇ ਤੁਫੈਲ ਇਹਨਾਂ ਕੋ ਪੜ੍ਹ ਕੇ ਉਹ ਇਹ ਮਨਸਬ ਤੇ ਪਹੁੰਚਣ ਔਰ ਉਹਨਾਂ ਦਾ ਫਰਜ਼ ਬਣਦੇ ਕਿ ਇਹਨਾਂ ਤੇ PhD ਵਗੈਰਾ ਔਰ MPhil ਉਹਨਾਂ ਦੇ ਹਰ ਐਸਪੈਕਟ ਤੇ ਕਰਾਏ ਵਜਨ ਤਾਂ ਕਿ ਲੋਕ ਸਭ ਦੇਖਣ ਕਿ ਨਕਵੀ ਸਾਹਿਬ ਕੌਣ ਹਨ ਇਹਦੇ ਨਾਲ ਸੀ ਇੱਕ ਭਾਈ ਵੀ ਮੇਰੀ ਇੱਕ ਗੁਜ਼ਾਰਿਸ਼ ਹੋ ਸੀ ਭਾਈ ਕਿ ਜਿਹੜਾ ਨਕਵੀ ਸਾਹਿਬ ਦਾ ਕਲਾਮ ਤਾਂ ਤਕਰੀਬਨ ਸਾਰਾ ਛਪ ਚੁੱਕਿਆ ਪਿਆ ਲੇਕਿਨ ਉਹਨਾਂ ਦੇ ਨਾਲ ਉਹਨਾਂ ਦੀ ਯਾਦ ਵਿੱਚ ਬਜ਼ਮ ਨਕਵੀ ਵੀ ਬਣੀ ਹੋਈ ਹੈ ਲੇਕਿਨ ਮੈਂ ਦੇਖਿਆ ਕਿ ਸਾਡੇ ਜਿਹੜੇ ਬਜ਼ਮ ਨਕਵੀ ਦੇ ਸਹਿਬਾਨ ਹਨ ਪੇ ਮੇਰੇ ਸਾਹਮਣੇ ਤਸ਼ਰੀਫ ਰੱਖੇ ਨੇ ਬੈਠੇ ਢੇਰ ਸਾਰੇ ਸਿਰਫ ਅਹਿਮਦਪੁਰ ਚ ਬਹਿ ਕੇ ਮਹੀਨੇ ਦੀ ਜਾਂ ਕਿਥੇ ਬਹਿ ਕੇ ਕਹਿੰਦੀ ਬੈਠਕ ਵਿੱਚ ਕਹੀਂ ਜਾ ਤੇ ਇੱਕ ਤਕਰੀਬ ਕਰ ਘਿਰਣੀ ਉਹਦੇ ਨਾਲ ਪਰਪਸ ਸਰਵ ਨਹੀਂ ਥੀਂਦਾ ਜਿਹੜਾ ਅੱਜ ਦੌਰੇ ਅਦਬ ਜਬ ਤੱਕ ਅਦਬ ਦੀ ਤਰਵੀਜ ਨਹੀਂ ਅਦਬ ਦੂਜੇ ਤੱਕ ਪਹੁੰਚਦਾ ਕੋਈ ਨਹੀਂ ਇੱਕ ਅਹਿਮਦਪੁਰ ਚ ਬਹਿ ਕੇ ਹੁਣ ਉਹ ਤਰ੍ਹਾਂ ਕੰਮ ਨਹੀਂ ਥੀ ਸਕਦਾ ਜਿਵੇਂ ਅੱਜ ਤੋਂ 30-40 ਸਾਲ 50 ਸਾਲ ਪਹਿਲੇ ਥੀਂਦਾ ਹੁੰਦਾ ਸੀ ਮੈਂ 2006 ਚ ਅੱਜ ਤੋਂ 15 ਸਾਲ ਪਹਿਲੇ ਨਕਵੀ ਸਾਹਿਬ ਤੇ ਇੱਕ ਬਹੁਤ ਹੀ ਤਫਸੀਲੀ ਮਜ਼ਮੂਨ ਲਿਖਿਆ ਜਿਹੜੀ ਮੇਰੀ ਕਿਤਾਬ ਹੈ ਸਰਾਇਕੀ ਅਦਬ ਅਫਕਾਰ ਜਿਹਾਦ ਉਹਦੇ ਸ਼ਾਮਿਲ ਹੈ ਲੇਕਿਨ ਇਹ ਛਪਿਆ ਇਹ ਤਕਰੀਬਨ 30-35 ਸਫ਼ਿਆਂ ਦਾ ਔਰ ਖਬਰ ਅਖਬਾਰ ਵਿੱਚ ਛਪਿਆ ਔਰ ਮੇਰੇ ਕੋ ਹੈਰਤ ਹੈ ਉਹ ਵੇਲੇ ਮਰਹੂਮ ਸਾਬਿਰ ਚਿਸ਼ਤੀ ਖਬਰ ਅਖਬਾਰ ਦਾ ਇਹ ਸਫ਼ੇ ਦਾ ਇੰਚਾਰਜ ਆ ਪਿਆ ਜਿਹੜੇ ਮੈਂ ਉਹ ਆਖਿਆ ਕਿ ਇਹ ਮਜ਼ਮੂਨ ਭੇਜਦਾ ਪਿਆ ਮੈਂ ਨਕਵੀ ਅਹਿਮਦਪੁਰੀ ਤੇ ਇਹ ਕੋ ਸੋਹਣਾ ਕਰਕੇ ਲਾਵਣੇ ਤੇ ਸਾਬਿਰ ਚਿਸ਼ਤੀ ਮਰਹੂਮ ਪੁੱਛਦੇ ਕਿ ਨਕਵੀ ਅਹਿਮਦਪੁਰੀ ਕੌਣ ਹੈ मेरे को बड़ी हैरत थी कि अगर नकवी अहमदपुरी को लोग भूलते वेंदे तो उनके कसूरवार असा है या कोई कसूरवार कोई नहीं जेड़ा मैं उन्होंने सही मजबून लिखिया हाँ उनका सिर्फ मैं एक पैराग्राफ काबू सुने सा अगर दो सुनना चाह सकता सही बिल्कुल 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 सही उन्होंने कुछ मैं अशार लिखे मैं अगू लिखिया पैराग्राफ है कि मुलाजा किया आपने कि मज़ाहमत का लबोलेजा क्या होता है क्या तस्वुर है एहतराम इंसानियत क्या नक्शा है इनकलाब का और किस कदर यकीन है कि एक बेवसीला मगर बेतार फिक्र पर भरोसा किए हुए शायर को पूरी मुआशरती इक़दार के बदल जाने का नकवी साहब की मज़ामती शायरी ही वो शायरी है जो ज़माने को अपने वजूद का शऊर अता करती है इस शायरी में बरते गए लफ्ज़ और उनके इंतखाब नकवी अहमदपुरी जैसे शायरों की शऊरी कोशिश नहीं होती ये इजहार उस तवानाई की चैनलाइज्ड रवानी कहा जा सकता है जो कुदरत अपने चुनीदा बंदों में बेअंदाजा एटमी कुव्वत की सूरत उनके रगो पै में गूंद देती है ये शायरी किसी चढ़े हुए दरिया पर बांधे गए बंद से निकाली गई नहरों के मस्त खराम की तरह आबादियों को बर्बाद नहीं बल्कि एक बार फिर जिंदा रहने का हौसला
اور حیات نو کی نوید عطا کرتی ہے۔ واہ واہ، یہی وہ فرق ہے جو ایک انتہا پسند دہشت گرد اور ایک مزاحمت کار انقلابی شاعر کی جد و جہد کے طریقہ کار اور انداز میں بآسانی دیکھا جا سکتا ہے۔ ہوتے دونوں ہی گوشت پوش کے انسانی ہیں، مگر ایک بستیوں کو تاراج کرتا ہوا بے لگام سیلابی ریلا اور دوسرا اپنی توانائی سے روشنی پیدا کرتا ہوا جھرنا، یا ہرے بھرے کھیتوں میں زندگی کی زرخیزی بکھیرتی ہوئی کوئی الہڑ سی موج۔ کیا کوئی تصور بھی کر سکتا ہے کہ نقوی امن پوری جیسا مزاحمتی مزاج کا شاعر داخلی نوعیت کی شاعری میں بھی حساسیت اور نفاست طبع کی اس کیفیت سے بھی گزر سکتا ہے کہ جہاں دھیمے دھیمے ہوتی بوندا باندی بھی اس کی فکر کے سینے میں شگاف کر دے۔ یہاں میں نے ان کے آخر میں ان کے 2-3 شعر تھے جن میں آپ کو نقوی صاحب ایک اور ڈھنگ سے نظر آتے ہیں۔ آگ لگا دو، راکھ اڑا دو، پھر زندہ ہو جاؤں گا، مر کر اے وحشی جلا دو، پھر زندہ ہو جاؤں گا، اپنی پیشانی پہ میرے نام کا کتبہ دیکھو گے، میرا ایک ایک حرف مٹا دو، پھر زندہ ہو جاؤں گا۔ میں سورج ہوں، چاہے میری لاش افق میں پھینکاؤ۔ کیا ترکیب، کیا فکر دیکھیں۔ میں سورج ہوں، چاہے میری لاش افق میں پھینکاؤ، تم کیا جانو اے شب زادو، پھر زندہ ہو جاؤں گا، میرے لفظوں کی شرک کا خون گھسیٹو گلیوں میں، میں تو امر ہوں اے نکادو، پھر زندہ ہو جاؤں گا۔ بہت شکریہ۔ واہ 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 واہ۔